ਮਾਰਚ ਵਿੱਚ ਮੇਰਾ ਵਿਆਹ ਸੀ ਤੇ ਮੇਰੇ ਭਰਾ ਨੂੰ ਬਾਹਰ ਗਏ ਨੂੰ 1 ਸਾਲ ਹੋ ਗਿਆ ਸੀ। ਮੇਰੇ ਵਿਆਹ ਨੂੰ ਅਜੇ 6 ਮਹੀਨੇ ਪਏ ਸੀ ਕਿ ਹੁਣ ਤੋਂ ਹੀ ਮੇਰੀ ਭਾਬੀ ਤੇ ਮੰਮੀ ਨੇ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਭਰਾ ਦੇ ਘਰ ਨਾ ਹੋਣ ਕਰਕੇ ਮੈਂ ਭਾਬੀ ਨਾਲ ਉਸਦੇ ਕਮਰੇ ਵਿੱਚ ਹੀ ਸੌ ਜਾਂਦੀ ਸੀ। ਭਾਬੀ ਦੇ ਕਮਰੇ ਵਿੱਚ 2 ਅਲਮਾਰੀਆਂ ਸੀ, ਇੱਕ ਵੱਡੀ ਤੇ ਇੱਕ ਛੋਟੀ। ਵੱਡੀ ਅਲਮਾਰੀ ਮੇਕਅਪ ਦੇ ਸਮਾਨ ਤੇ ਕੱਪੜਿਆਂ ਦੇ ਨਾਲ ਭਰੀ ਹੋਈ ਸੀ ਤੇ ਛੋਟੀ ਅਲਮਾਰੀ ਹਮੇਸ਼ਾ ਲੌਕ ਰਹਿੰਦੀ ਸੀ। ਮੈਂ ਜਦੋਂ ਵੀ ਭਾਬੀ ਨੂੰ ਪੁੱਛਦੀ ਕਿ ਇਸ ਵਿੱਚ ਕੀ ਆ, ਤਾਂ ਉਹ ਕਹਿੰਦੇ ਕਿ ਕੁਝ ਜ਼ਰੂਰੀ ਕਾਗਜ਼ ਤੇ ਗਹਿਣੇ ਰੱਖੇ ਹੋਏ ਆ। ਰਾਤ ਨੂੰ ਅਸੀਂ ਦੋਵੇਂ ਨਨਾਣ ਭਰਜਾਈ ਬਹੁਤ ਸਾਰੀਆਂ ਗੱਲਾਂ ਕਰਦੀਆਂ ਤੇ ਕਦੀ-ਕਦੀ ਭਰਾ ਦਾ ਫੋਨ ਆ ਜਾਂਦਾ ਤਾਂ ਭਾਬੀ ਉੱਠ ਕੇ ਦੂਜੇ ਕਮਰੇ ਵਿੱਚ ਚਲੇ ਜਾਂਦੇ ਤੇ ਕਈ ਘੰਟੇ ਗੱਲਾਂ ਕਰਦੇ ਰਹਿੰਦੇ ਤੇ ਇੱਧਰ ਮੈਂ ਵੀ ਆਪਣੇ ਮੰਗੇਤਰ ਬਿੰਦਰ ਨਾਲ ਗੱਲ ਕਰਨ ਲੱਗ ਜਾਂਦੀ। ਇਸ ਤਰ੍ਹਾਂ ਹੀ 4 ਮਹੀਨੇ ਲੰਘ ਗਏ ਤੇ ਭਰਾ ਦੇ ਆਉਣ ਨੂੰ 1 ਮਹੀਨਾ ਰਹਿ ਗਿਆ ਸੀ। ਇੱਕ ਰਾਤ ਨੂੰ 2 ਵਜੇ ਮੇਰੀ ਅੱਖ ਖੁੱਲ੍ਹੀ ਤਾਂ ਭਾਬੀ ਕਮਰੇ ਵਿੱਚ ਨਹੀਂ ਸੀ। ਮੈਨੂੰ ਲੱਗਿਆ ਕਿ ਫੋਨ ਆਇਆ ਹੋਣਾ, ਪਰ ਫੋਨ ਤਾਂ ਬੈੱਡ 'ਤੇ ਪਿਆ ਹੋਇਆ ਸੀ। ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਭਾਬੀ ਬਾਥਰੂਮ ਵਿੱਚ ਉਲਟੀਆਂ ਕਰ ਰਹੇ ਸੀ। ਮੈਂ ਪੁੱਛਿਆ ਕੀ ਹੋਇਆ, ਭਾਬੀ ਠੀਕ ਤਾਂ ਹੋ? ਭਾਬੀ ਨੇ ਕਿਹਾ ਕਿ ਕੱਲ੍ਹ ਸ਼ਾਇਦ ਕੁਝ ਉਲਟਾ ਸਿੱਧਾ ਖਾਣ ਨਾਲ ਪੇਟ ਖਰਾਬ ਹੋ ਗਿਆ, ਜਿਸ ਕਰਕੇ ਉਲਟੀਆਂ ਆ ਰਹੀਆਂ। ਹੁਣ ਦਵਾਈ ਲਈ ਆ ਤੇ ਕੁਝ ਠੀਕ ਲੱਗ ਰਿਹਾ। ਅਗਲੇ ਦਿਨ ਭਾਬੀ ਇਕੱਲੇ ਸ਼ਹਿਰ ਨੂੰ ਚਲੇ ਗਏ, ਮੰਮੀ ਨੂੰ ਨਾਲ ਲੈ ਕੇ ਨਹੀਂ ਗਏ। ਮੈਂ ਭਾਬੀ ਦੇ ਕਮਰੇ ਵਿੱਚ ਸੌਂਦੀ ਸੀ, ਇਸ ਲਈ ਕਮਰੇ ਨੂੰ ਕਦੇ ਲੌਕ ਨਹੀਂ ਕਰਦੇ ਸੀ। ਕੰਮ ਕਰਕੇ ਮੈਂ ਕਮਰੇ ਵਿੱਚ ਚਲੀ ਗਈ। ਮੇਰਾ ਛੋਟੀ ਅਲਮਾਰੀ ਖੋਲ੍ਹ ਕੇ ਦੇਖਣ ਨੂੰ ਮਨ ਕਰ ਰਿਹਾ ਸੀ, ਪਰ ਭਾਬੀ ਨੇ ਚਾਬੀਆਂ ਲੁਕੋ ਕੇ ਰੱਖੀਆਂ ਸੀ। ਮੈਂ ਸਾਰੇ ਪਾਸੇ ਚਾਬੀਆਂ ਲੱਭਣ ਲੱਗ ਗਈ ਤਾਂ ਦੂਜੀ ਅਲਮਾਰੀ ਵਿੱਚੋਂ ਕੱਪੜਿਆਂ ਦੇ ਥੱਲੋਂ ਮੈਨੂੰ ਚਾਬੀਆਂ ਮਿਲ ਗਈਆਂ। ਮੈਂ ਖੋਲ੍ਹ ਕੇ ਦੇਖਿਆ ਤਾਂ ਵਿੱਚ ਗਹਿਣੇ ਤੇ ਕੁਝ ਕਾਗਜ਼ ਪਏ ਸੀ ਤੇ ਨਾਲ ਹੀ ਕੁਝ ਦਵਾਈਆਂ ਵੀ ਪਈਆਂ ਸਨ, ਜਿਨ੍ਹਾਂ ਦੀ ਮੈਂ ਫ਼ੋਨ ਵਿੱਚ ਫੋਟੋ ਖਿੱਚ ਲਈ ਤੇ ਅਲਮਾਰੀ ਬੰਦ ਕਰਕੇ ਚਾਬੀਆਂ ਉੱਥੇ ਹੀ ਰੱਖ ਦਿੱਤੀਆਂ। ਉਹਨਾਂ ਦਵਾਈਆਂ ਵਿੱਚੋਂ ਕੁਝ ਕੁ ਬਾਰੇ ਤਾਂ ਮੈਨੂੰ ਪਤਾ ਸੀ। 3 ਸਾਲ ਪਹਿਲਾਂ ਜਦੋਂ ਮੈਂ ਕਾਲਜ ਵਿੱਚ ਸੀ, ਉਦੋਂ ਮੇਰੇ ਤੋਂ ਇੱਕ ਗਲਤੀ ਹੋ ਗਈ ਸੀ ਤੇ ਮੈਂ ਪ੍ਰੈਗਨੈਂਟ ਹੋ ਗਈ ਸੀ। ਮੇਰੇ ਬॉयਫ੍ਰੈਂਡ ਨੇ ਮੇਰਾ ਸਾਥ ਦੇਣ ਦੀ ਬਜਾਏ ਮੈਨੂੰ ਛੱਡ ਦਿੱਤਾ ਸੀ। ਫਿਰ ਮੈਂ ਭਾਬੀ ਨੂੰ ਸਾਰਾ ਕੁਝ ਦੱਸ ਦਿੱਤਾ। ਭਾਬੀ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੈਨੂੰ ਕੁਝ ਅਜਿਹੀਆਂ ਦਵਾਈਆਂ ਲਿਆ ਕੇ ਦਿੱਤੀਆਂ ਸੀ ਜਿਨ੍ਹਾਂ ਨਾਲ ਮੈਂ ਠੀਕ ਹੋ ਗਈ ਸੀ। ਇਸ ਗੱਲ ਨੂੰ 3 ਸਾਲ ਹੋ ਗਏ ਨੇ, ਪਰ ਭਾਬੀ ਨੇ ਅੱਜ ਤੱਕ ਘਰ ਵਿੱਚ ਕਿਸੇ ਨੂੰ ਵੀ ਮੇਰੀ ਇਸ ਗਲਤੀ ਬਾਰੇ ਨਹੀਂ ਦੱਸਿਆ। ਫਿਰ ਮੈਂ ਗੂਗਲ 'ਤੇ ਸਰਚ ਕਰਕੇ ਦਵਾਈਆਂ ਨੂੰ ਦੇਖਿਆ ਤਾਂ ਪਤਾ ਲੱਗਿਆ ਕਿ ਇਹ 2 ਤੋਂ 3 ਮਹੀਨੇ ਦੇ ਬੱਚੇ ਨੂੰ ਗਿਰਾਉਣ ਲਈ ਵਰਤੀਆਂ ਜਾਂਦੀਆਂ। ਫਿਰ ਮੈਂ ਡਸਟਬਿਨ ਚੈੱਕ ਕੀਤਾ, ਉਸ ਵਿੱਚ ਦਵਾਈਆਂ ਦੇ ਕੁਝ ਖਾਲੀ ਰੈਪਰ ਪਏ ਸੀ ਤਾਂ ਮੈਂ ਪਰੇਸ਼ਾਨ ਹੋ ਕੇ ਭਾਬੀ ਬਾਰੇ ਗਲਤ ਸੋਚਣ ਲੱਗ ਗਈ ਕਿ ਕਿਤੇ ਭਾਬੀ ਪ੍ਰੈਗਨੈਂਟ ਤਾਂ ਨਹੀਂ। ਮੈਨੂੰ ਤਾਂ ਬਿਲਕੁਲ ਯਕੀਨ ਨਹੀਂ ਹੋ ਰਿਹਾ ਸੀ। ਭਰਾ ਨੂੰ ਬਾਹਰ ਗਏ 1.5 ਸਾਲ ਹੋ ਗਿਆ ਸੀ। ਇਸ ਦੌਰਾਨ ਭਾਬੀ ਇੱਕ ਵਾਰ ਵੀ ਆਪਣੇ ਪੇਕੇ ਨਹੀਂ ਗਈ ਸੀ ਤੇ ਘਰ ਵਿੱਚ ਮੇਰੇ ਛੋਟੇ ਭਰਾ ਤੋਂ ਇਲਾਵਾ ਹੋਰ ਕੋਈ ਬੰਦਾ ਨਹੀਂ ਸੀ, ਜੋ ਕਿ 15 ਸਾਲ ਦਾ ਸੀ। ਸ਼ਾਮ ਤੱਕ ਭਾਬੀ ਸ਼ਹਿਰ ਤੋਂ ਸਮਾਨ ਲੈ ਕੇ ਵਾਪਸ ਆਈ ਤੇ ਬਹੁਤ ਥੱਕੀ ਹੋਈ ਲੱਗ ਰਹੀ ਸੀ। ਮੈਂ ਪੁੱਛਿਆ, ਭਾਬੀ ਇੰਨਾ ਟਾਈਮ ਕਿੱਦਾਂ ਲੱਗ ਗਿਆ? ਤਾਂ ਭਾਬੀ ਬੋਲੇ, ਤੇਰੇ ਵਿਆਹ ਦਾ ਕੁਝ ਜ਼ਰੂਰੀ ਸਮਾਨ ਲਿਆਉਣਾ ਸੀ ਤਾਂ ਕਰਕੇ ਲੇਟ ਹੋ ਗਈ। ਪਰ ਮੈਨੂੰ ਤਾਂ ਸ਼ੱਕ ਸੀ ਕਿ ਭਾਬੀ ਕਿਸੇ ਹਸਪਤਾਲ ਵਿੱਚ ਬੱਚਾ ਗਿਰਾਉਣ ਗਈ ਸੀ। ਫਿਰ ਜਦੋਂ ਰਾਤ ਨੂੰ ਭਾਬੀ ਦੇ ਫੋਨ ਦੀ ਬੈਲ ਵੱਜੀ ਤਾਂ ਉਹ ਉੱਠ ਕੇ ਬਾਹਰ ਜਾਂਦੇ ਹੋਏ ਬੋਲੇ ਕਿ ਤੇਰੇ ਭਰਾ ਦਾ ਫੋਨ ਆ। ਮੈਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਇਆ ਤੇ ਮੈਂ ਆਪਣੇ ਭਰਾ ਨੂੰ ਫੋਨ ਲਗਾ ਲਿਆ ਤਾਂ ਉਸਨੇ ਚੁੱਕ ਲਿਆ ਤੇ ਹਾਲ ਚਾਲ ਪੁੱਛ ਕੇ ਕਹਿਣ ਲੱਗੇ ਕਿ ਮੇਰੀ 20 ਤਰੀਕ ਦੀ ਟਿਕਟ ਹੋ ਗਈ ਆ। ਮੈਂ ਤੇਰੀ ਭਾਬੀ ਨੂੰ ਫੋਨ ਕਰਕੇ ਦੱਸਣ ਹੀ ਲੱਗਾ ਸੀ। ਮੈਂ ਕਿਹਾ ਕਿ ਭਾਬੀ ਲਈ ਮੇਰੇ ਵੱਲੋਂ ਇੱਕ ਵਧੀਆ ਜਿਹਾ ਗਿਫਟ ਲੈ ਕੇ ਆਇਓ, ਉਹ ਮੇਰੇ ਵਿਆਹ ਲਈ ਬਹੁਤ ਮਿਹਨਤ ਕਰ ਰਹੇ ਨੇ, ਪਰ ਭਾਬੀ ਨੂੰ ਨਾ ਦੱਸਿਓ। ਤੇ ਮੈਂ ਫਿਰ ਫੋਨ ਕੱਟ ਦਿੱਤਾ। ਮੈਨੂੰ ਭਾਬੀ 'ਤੇ ਸ਼ੱਕ ਨਹੀਂ, ਯਕੀਨ ਹੋਣ ਲੱਗ ਗਿਆ ਕਿ ਇਹ ਕਿਸੇ ਹੋਰ ਨਾਲ ਗੱਲਾਂ ਕਰਦੇ ਨੇ। ਮੈਨੂੰ ਤਾਂ ਚੈਨ ਨਹੀਂ ਆ ਰਿਹਾ ਸੀ ਤੇ ਮੈਂ ਪੂਰਾ ਸੱਚ ਜਾਣਨਾ ਚਾਹੁੰਦੀ ਸੀ। ਮੇਰੇ ਭਰਾ ਦੇ ਆਉਣ ਦੇ ਵੀ ਥੋੜ੍ਹੇ ਹੀ ਦਿਨ ਰਹਿ ਗਏ ਸੀ ਤੇ ਭਾਬੀ ਵੀ ਹੁਣ ਪੂਰੇ ਠੀਕ ਹੋ ਗਏ ਸੀ। ਭਾਬੀ ਦਾ ਸੱਚ ਪਤਾ ਕਰਨ ਲਈ ਮੈਨੂੰ ਉਹਨਾਂ ਦਾ ਫੋਨ ਚਾਹੀਦਾ ਸੀ, ਕਿਉਂਕਿ ਉਹਦੇ ਵਿੱਚੋਂ ਹੀ ਪਤਾ ਲੱਗ ਸਕਦਾ ਸੀ ਕਿ ਭਾਬੀ ਕਿਸ ਨਾਲ ਗੱਲਾਂ ਕਰਦੇ ਨੇ। ਫਿਰ ਇੱਕ ਦਿਨ ਮੈਂ ਭਾਬੀ ਨੂੰ ਕਿਹਾ ਕਿ ਮੈਂ ਬਿੰਦਰ ਨਾਲ ਗੱਲ ਕਰ ਰਹੀ ਸੀ ਤਾਂ ਮੇਰਾ ਫੋਨ ਬੰਦ ਹੋ ਗਿਆ। ਤੁਸੀਂ 10 ਮਿੰਟ ਲਈ ਆਪਣਾ ਫੋਨ ਦੇ ਦਿਓ,
ਮੈਨੂੰ ਪਤਾ ਸੀ ਕਿ ਭਾਬੀ ਨੇ ਕੋਈ ਬਹਾਨਾ ਬਣਾ ਦੇਣਾ ਹੈ ਤੇ ਐਦਾਂ ਹੀ ਹੋਇਆ। ਉਹ ਬੋਲੇ, ਮੇਰੇ ਫ਼ੋਨ ਦੀ ਤਾਂ ਬੈਟਰੀ ਮੁੱਕ ਗਈ ਸੀ, ਬਸ ਹੁਣੇ ਚਾਰਜ ਤੇ ਲਾਇਆ, ਥੋੜ੍ਹੇ ਟਾਈਮ ਬਾਅਦ ਲੈ ਲਈ। ਮੇਰੇ ਤੋਂ ਹੁਣ ਸਬਰ ਨਹੀਂ ਹੋ ਰਿਹਾ ਸੀ ਤੇ ਮੈਂ ਆਪਣੇ ਭਰਾ ਦੇ ਆਉਣ ਤੋਂ ਪਹਿਲਾਂ ਸਭ ਸੱਚ ਪਤਾ ਕਰਨਾ ਚਾਹੁੰਦੀ ਸੀ। ਅੱਜ ਮੇਰੀ ਭਾਬੀ ਤੇ ਮੰਮੀ ਬਾਜ਼ਾਰ ਗਏ ਹੋਏ ਸੀ ਤੇ ਮੈਂ ਫਿਰ ਤੋਂ ਛੋਟੀ ਅਲਮਾਰੀ ਖੋਲ੍ਹ ਕੇ ਸਭ ਕੁਝ ਚੰਗੀ ਤਰ੍ਹਾਂ ਦੇਖਣ ਲੱਗੀ ਤਾਂ ਫਾਈਲਾਂ ਦੇ ਨੀਚੇ ਇੱਕ ਫੋਟੋ ਪਈ ਸੀ, ਜਿਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਇਹ ਮੇਰੇ ਮੰਗੇਤਰ ਬਿੰਦਰ ਤੇ ਭਾਬੀ ਦੀ ਫੋਟੋ ਸੀ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੇ ਭਰਾ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਤੇ ਮੇਰੇ ਨਾਲ ਵੀ। ਜਿਸ ਮੁੰਡੇ ਨਾਲ ਮੇਰਾ ਵਿਆਹ ਹੋਣ ਵਾਲਾ ਸੀ ਉਹੀ ਭਾਬੀ ਦਾ ਆਸ਼ਿਕ ਸੀ ਤੇ ਭਾਬੀ ਉਸ ਨਾਲ ਹੀ ਰਾਤ ਨੂੰ ਗੱਲਾਂ ਕਰਦੀ ਸੀ। ਇਹ ਸਭ ਸੋਚ ਕੇ ਇਹ ਗੱਲਾਂ ਮੇਰੇ ਆਪੇ ਤੋਂ ਬਾਹਰ ਹੋ ਗਈਆਂ। ਮੈਨੂੰ ਲੱਗਿਆ ਕਿ ਘਰ ਵਿੱਚ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਤਾਂ ਕਿ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜਾਵੇ ਤੇ ਮੇਰੇ ਭਰਾ ਨੂੰ ਵੀ ਇਸ ਤੋਂ ਛੁਟਕਾਰਾ ਮਿਲ ਜਾਊਗਾ। ਫਿਰ ਮੈਂ ਉਸ ਫੋਟੋ ਦੀ ਫੋਟੋ ਆਪਣੇ ਫ਼ੋਨ ਵਿੱਚ ਖਿੱਚ ਲਈ ਤੇ ਅਲਮਾਰੀ ਬੰਦ ਕਰ ਦਿੱਤੀ ਤੇ ਸੋਚਿਆ ਕਿ ਇਹ ਫੋਟੋ ਆਪਣੇ ਭਰਾ ਨੂੰ ਸੈਂਡ ਕਰ ਦਿੰਦੀ ਹਾਂ, ਪਰ ਫਿਰ ਰੁਕ ਗਈ ਕਿ ਉਸ ਦੇ ਆਉਣ 'ਤੇ ਸਾਹਮਣੇ ਬੈਠ ਕੇ ਹੀ ਗੱਲ ਕਰਾਂਗੇ। ਮੇਰੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਸੀ। ਮੇਰਾ ਰਿਸ਼ਤਾ ਵੀ ਭਾਬੀ ਨੇ ਹੀ ਕਰਵਾਇਆ ਸੀ, ਆਪਣੀ ਕਿਸੇ ਦੂਰ ਦੀ ਰਿਸ਼ਤੇਦਾਰੀ 'ਚ। ਬਿੰਦਰ ਭਾਬੀ ਦਾ ਬॉयਫ੍ਰੈਂਡ ਹੋਣਾ, ਜਿਹਦੇ ਨਾਲ ਭਾਬੀ ਦਾ ਵਿਆਹ ਨਹੀਂ ਹੋ ਸਕਿਆ ਤੇ ਆਪਣੀ ਇਸ ਅਫੇਅਰ ਨੂੰ ਕਾਇਮ ਰੱਖਣ ਲਈ ਮੇਰਾ ਰਿਸ਼ਤਾ ਕਰਵਾ ਦਿੱਤਾ ਤਾਂ ਕਿ ਦੋਹਾਂ 'ਤੇ ਸ਼ੱਕ ਨਾ ਹੋਵੇ। ਮੈਂ ਹੁਣ ਕਿਸੇ ਵੀ ਤਰ੍ਹਾਂ ਬਿੰਦਰ ਵਰਗੇ ਧੋਖੇਬਾਜ਼ ਨਾਲ ਗੱਲ ਨਹੀਂ ਕਰ ਸਕਦੀ ਸੀ ਤੇ ਆਪਣਾ ਫ਼ੋਨ ਬੰਦ ਕਰ ਦਿੱਤਾ। ਭਾਬੀ ਜਦੋਂ ਸ਼ਾਮ ਨੂੰ ਬਾਜ਼ਾਰ ਤੋਂ ਵਾਪਸ ਆਏ ਤਾਂ ਕਹਿਣ ਲੱਗੇ, ਦੇਖ ਤੇਰੇ ਲਈ ਇੱਕ ਨਵਾਂ ਸੂਟ ਲੈ ਕੇ ਆਈ ਹਾਂ, ਤੈਨੂੰ ਪਸੰਦ ਆ? ਮੈਂ ਬਿਨਾਂ ਕੋਈ ਜਵਾਬ ਦਿੱਤੇ ਗੁੱਸੇ ਵਿੱਚ ਉੱਠ ਕੇ ਕਿਚਨ ਵਿੱਚ ਆ ਗਈ। ਭਾਬੀ ਵੀ ਮੇਰੇ ਪਿੱਛੇ ਆ ਗਈ ਤੇ ਬੋਲੀ ਕਿ ਤੇਰਾ ਫ਼ੋਨ ਕਿਉਂ ਬੰਦ ਆ? ਬਿੰਦਰ ਮੈਨੂੰ ਫ਼ੋਨ ਕਰ ਰਿਹਾ ਸੀ। ਮੇਰੇ ਤੋਂ ਗੁੱਸੇ ਤੇ ਕਾਬੂ ਨਾ ਰੱਖਿਆ ਗਿਆ ਤੇ ਮੈਂ ਆਪਣਾ ਫ਼ੋਨ ਔਨ ਕਰਕੇ ਅਲਮਾਰੀ ਵਾਲੀ ਫੋਟੋ ਭਾਬੀ ਦੇ ਸਾਹਮਣੇ ਕਰ ਦਿੱਤੀ ਤੇ ਕਿਹਾ ਕਿ ਕੱਲ੍ਹ ਨੂੰ ਭਰਾ ਨੂੰ ਆ ਲੈਣ ਦਿਓ, ਫਿਰ ਤੁਹਾਡੀਆਂ ਦੋਨਾਂ ਦੀਆਂ ਆਸ਼ਕੀਆਂ ਦਾ ਭਾਂਡਾ ਮੈਂ ਸਾਰਿਆਂ ਅੱਗੇ ਖੋਲੂੰਗੀ। ਕਿਸੇ ਅੱਗੇ ਮੂੰਹ ਦਿਖਾਉਣ ਲਾਇਕ ਨਹੀਂ ਰਹਿਣਾ ਤੁਸੀਂ। ਇਹ ਸੁਣ ਕੇ ਭਾਬੀ ਦਾ ਰੰਗ ਉੱਡ ਗਿਆ ਤੇ ਮੈਂ ਵਾਪਸ ਕਮਰੇ ਵਿੱਚ ਆ ਗਈ। ਪਿੱਛੇ ਹੀ ਭਾਬੀ ਆ ਗਈ ਤੇ ਬੋਲੀ, ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੈ, ਇਹ ਪੂਰਾ ਸੱਚ ਨਹੀਂ, ਉਸ ਤੋਂ ਬਾਅਦ ਜੋ ਮਰਜ਼ੀ ਸਜ਼ਾ ਦੇ ਦੇਵੀਂ। ਬਿੰਦਰ ਤੇ ਮੈਂ ਬਚਪਨ ਦੇ ਦੋਸਤ ਹਾਂ ਤੇ ਇਕੱਠੇ ਸਕੂਲ ਵਿੱਚ ਪੜ੍ਹਦੇ ਸੀ ਤੇ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਸੀ, ਪਰ ਸਾਡਾ ਵਿਆਹ ਨਹੀਂ ਹੋ ਸਕਿਆ ਤੇ 3 ਸਾਲ ਪਹਿਲਾਂ ਮੇਰਾ ਵਿਆਹ ਤੇਰੇ ਭਰਾ ਨਾਲ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਕਦੇ ਗੱਲ ਨਹੀਂ ਕੀਤੀ। 1 ਸਾਲ ਪਹਿਲਾਂ ਹੀ ਉਹ ਮੈਨੂੰ ਅਚਾਨਕ ਬਾਜ਼ਾਰ ਵਿੱਚ ਮਿਲਿਆ ਤਾਂ ਪਤਾ ਲੱਗਿਆ ਕਿ ਹਜੇ ਉਸ ਦਾ ਵਿਆਹ ਨਹੀਂ ਹੋਇਆ ਤੇ ਉਹ ਵਿਆਹ ਲਈ ਕੋਈ ਵਧੀਆ ਕੁੜੀ ਲੱਭ ਰਿਹਾ ਸੀ। ਫਿਰ ਮੈਂ ਉਸ ਨਾਲ ਤੇਰੇ ਬਾਰੇ ਗੱਲ ਕੀਤੀ ਤੇ ਉਸ ਦਾ ਪਰਿਵਾਰ ਵੀ ਰਿਸ਼ਤੇ ਲਈ ਮੰਨ ਗਿਆ। ਇਹ ਸੁਣ ਕੇ ਮੇਰਾ ਗੁੱਸਾ ਸ਼ਾਂਤ ਨਹੀਂ ਹੋਇਆ ਤੇ ਮੈਂ ਕਿਹਾ, ਮੇਰਾ ਰਿਸ਼ਤਾ ਤੁਸੀਂ ਇਸ ਲਈ ਕਰਵਾਇਆ ਤਾਂ ਕਿ ਤੁਹਾਡੀਆਂ ਆਸ਼ਕੀਆਂ ਦਾ ਕਿਸੇ ਨੂੰ ਪਤਾ ਨਾ ਲੱਗ ਸਕੇ। ਤੁਹਾਡੇ ਕੋਲੋਂ ਤਾਂ ਮੇਰੇ ਵਿਆਹ ਤੱਕ ਵੀ ਰੁਕਿਆ ਨਹੀਂ ਗਿਆ ਤੇ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਤੇ ਅਲਮਾਰੀ ਵਿੱਚੋਂ ਮੈਨੂੰ ਬੱਚਾ ਗਰਾਉਣ ਵਾਲੀ ਦਵਾਈ ਵੀ ਮਿਲੀ। ਮੇਰੇ ਫ਼ੋਨ ਵਿੱਚ ਉਸ ਦੀ ਫੋਟੋ ਵੀ ਹੈ, ਇਹ ਦੇਖੋ। ਭਾਬੀ ਬੋਲੀ, ਇਹ ਤੂੰ ਕਿੱਦਾਂ ਦੀਆਂ ਬਕਵਾਸ ਗੱਲਾਂ ਕਰ ਰਹੀ ਆਂ? ਇਹ ਦਵਾਈ 3 ਸਾਲ ਪੁਰਾਣੀ ਹੈ, ਡੇਟ ਤਾਂ ਚੈੱਕ ਕਰ ਲੈਂਦੀ। ਮੈਂ ਅਲਮਾਰੀ ਵਿੱਚ ਲੁਕੋ ਕੇ ਰੱਖ ਦਿੱਤੀ ਸੀ ਤਾਂ ਕਿ ਜੇ ਦੁਬਾਰਾ ਲੋੜ ਪਵੇ ਤਾਂ ਮੈਨੂੰ ਬਾਹਰ ਨਾ ਜਾਣਾ ਪਵੇ। ਮੈਂ ਡੇਟ ਜ਼ੂਮ ਕਰਕੇ ਦੇਖੀ ਤਾਂ ਸੱਚੀ ਹੀ ਉਹ ਮੇਰੀ ਪੁਰਾਣੀ ਦਵਾਈ ਸੀ। ਮੈਂ ਕਿਹਾ, ਉਸ ਦਿਨ ਤੁਸੀਂ ਉਲਟੀਆਂ ਕਰ ਰਹੇ ਸੀ ਤੇ ਬਾਹਰ ਦਵਾਈਆਂ ਦੇ ਖਾਲੀ ਰੈਪਰ ਵੀ ਮਿਲੇ ਸੀ। ਤਾਂ ਭਾਬੀ ਬੋਲੀ, ਉਹ ਪੇਟ ਦਰਦ ਦੀ ਦਵਾਈ ਸੀ, ਜੇ ਰੈਪਰ ਹੈਗਾ ਤਾਂ ਸਰਚ ਕਰਕੇ ਚੈੱਕ ਕਰ ਲਾ। ਤਾਂ ਸੱਚੀ ਉਹ ਪੇਟ ਦਰਦ ਦੀ ਹੀ ਦਵਾਈ ਸੀ। ਮੈਂ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ। ਫਿਰ ਮੈਂ ਉਹਨਾਂ ਦੀ ਫੋਟੋ ਬਾਰੇ ਪੁੱਛਿਆ ਤੇ ਭਾਬੀ ਬੋਲੀ ਕਿ ਉਹ ਮੇਰੀ ਤੇ ਬਿੰਦਰ ਦੀ ਹੀ ਫੋਟੋ ਹੈ ਜਦੋਂ ਕਾਲਜ ਦੇ ਆਖਰੀ ਦਿਨ ਅਸੀਂ ਅਲੱਗ ਹੋਏ ਸੀ ਅਤੇ ਤੇਰੇ ਰਿਸ਼ਤੇ ਦੇ ਟਾਈਮ ਮੈਂ ਤੇਰੇ ਭਰਾ ਨੂੰ ਇਹੀ ਆਪਣੇ ਨਾਲ ਵਾਲੀ ਹੀ ਬਿੰਦਰ ਦੀ ਫੋਟੋ ਦਿਖਾਈ ਸੀ ਤੇ ਮੈਂ ਆਪਣੇ ਵਿਆਹ ਤੋਂ ਪਹਿਲਾਂ ਹੀ ਤੇਰੇ ਭਰਾ ਨੂੰ ਬਿੰਦਰ ਬਾਰੇ ਸਾਰਾ ਕੁਝ ਦੱਸ ਦਿੱਤਾ ਸੀ। ਬਿੰਦਰ ਬਹੁਤ ਚੰਗਾ ਮੁੰਡਾ ਹੈ ਤੇ ਮੇਰੇ ਵਿਆਹ ਤੋਂ ਬਾਅਦ ਉਸਨੇ ਇੱਕ ਵਾਰ ਵੀ ਮੈਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਮੈਨੂੰ ਆਪਣੀ ਸਿਰਫ ਇੱਕ ਚੰਗੀ ਦੋਸਤ ਸਮਝਦਾ ਹੈ। ਮੇਰਾ ਇੱਕ ਆਖਰੀ ਸਵਾਲ ਬਾਕੀ ਸੀ ਕਿ ਉਸ ਦਿਨ ਤੁਸੀਂ ਮੇਰੇ ਭਰਾ ਨਾਲ ਗੱਲ ਨਹੀਂ ਕਰ ਰਹੇ ਸੀ। ਜਦੋਂ ਮੈਂ ਉਹਨਾਂ ਨੂੰ ਫ਼ੋਨ ਕੀਤਾ ਸੀ ਤਾਂ ਉਹਨਾਂ ਨੇ 1 ਮਿੰਟ 'ਚ ਮੇਰਾ ਫ਼ੋਨ ਚੁੱਕ ਲਿਆ ਸੀ। ਇਹ ਸੁਣ ਕੇ ਭਾਬੀ ਹੱਸਣ ਲੱਗ ਗਈ
ਤੇ ਬੋਲੀ, ਮੈਂ ਤੇਰੇ ਭਰਾ ਨਾਲ ਹੀ ਗੱਲ ਕਰ ਰਹੀ ਸੀ। ਜਦੋਂ ਤੂੰ ਫੋਨ ਕੀਤਾ ਤਾਂ ਮੈਂ ਚੁੱਪ ਕਰ ਗਈ ਸੀ। ਜਦੋਂ ਤੂੰ ਉਹਨਾਂ ਨੂੰ ਮੇਰੇ ਲਈ ਗਿਫਟ ਲੈ ਕੇ ਆਉਣ ਲਈ ਕਹਿ ਰਹੀ ਸੀ ਤਾਂ ਮੈਂ ਲਾਈਨ 'ਤੇ ਹੀ ਸੀ। ਜੇ ਯਕੀਨ ਨਹੀਂ ਤਾਂ ਆਪਣੇ ਭਰਾ ਨੂੰ ਫੋਨ ਕਰਕੇ ਪੁੱਛ ਲਾ। ਇਹ ਸਭ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ ਤੇ ਭਾਬੀ ਨਾਲ ਨਜ਼ਰਾਂ ਵੀ ਨਹੀਂ ਮਿਲਾ ਰਹੀ ਸੀ ਕਿ ਮੈਂ ਉਹਨਾਂ ਬਾਰੇ ਕਿੰਨਾ ਗਲਤ ਸੋਚਿਆ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਮੈਂ ਉਹਨਾਂ ਤੋਂ ਮਾफ़ੀ ਮੰਗੀ ਅਤੇ ਭਾਬੀ ਨੇ ਮੈਨੂੰ ਗੱਲ ਨਾਲ ਲਾ ਲਿਆ ਤੇ ਬੋਲੀ ਕਿ ਬਿੰਦਰ ਨਾਲ ਗੱਲ ਕਰ ਲਾ, ਉਹ ਪਰੇਸ਼ਾਨ ਹੋ ਰਿਹਾ ਹੋਣਾ। ਕਈ ਵਾਰ ਅੱਖੀਂ ਦੇਖਿਆ ਵੀ ਸੱਚ ਨਹੀਂ ਹੁੰਦਾ। ਬਿਨਾਂ ਕਿਸੇ ਦੀ ਗੱਲਬਾਤ ਸੁਣੇ ਕਦੇ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਅਤੇ ਸ਼ੱਕ ਨੂੰ ਦੂਰ ਕਰਨ ਲਈ ਬੰਦੇ ਨਾਲ ਸਿੱਧੀ ਗੱਲ ਕਰ ਲੈਣੀ ਚਾਹੀਦੀ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਧੰਨਵਾਦ।